ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਦੇ ਉੱਪਰ। ਪਟਾਕਿਆਂ ਤੋਂ ਪਰੇਸ਼ਾਨ ਲੋਕ, 3 ਵਜੇ ਤੱਕ ਚੱਲੇ ਪਟਾਕੇ। ਅਕਤੂਬਰ ਮਹੀਨੇ ਘੱਟ ਹੋਈ ਬੇਰੁਜ਼ਗਾਰੀ ਦਰ, ਨਵੀਆਂ ਨੌਕਰੀਆਂ ਆਰਥਿਕਤਾ ਦੇ ਵਿੱਚ ਸ਼ਾਮਿਲ। ਬਜ਼ੁਰਗਾਂ ਦੀ ਆਮਦਨ ਦੇ ਵਿੱਚ ਕਟੌਤੀ, ਐਨਡੀਪੀ ਦੀ ਸਰਕਾਰ ਕੋਲੋਂ ਮੰਗ। ਟਰੂਡੋ ਨੇ ਲਗਵਾਇਆ ਫਲੂ ਸ਼ਾਟ, ਜਸਟਿਨ ਟਰੂਡੋ ਨੇ ਦਿੱਤਾ ਸੁਨੇਹਾ। ਵੱਡੇ ਡਰਾਅ ਦੀ ਉਡੀਕ, ਨਹੀਂ ਹੋ ਰਿਹਾ ਐਲਾਨ। ਕੈਨੇਡਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਲੋਕ ਦੀਵਾਲੀ ਦਾ ਤਿਉਹਾਰ ਮਨਾਉਣ ਦੇ ਵਾਸਤੇ ਕਾਫੀ ਉਤਸ਼ਾਹਿਤ ਸਨ। ਪਰ ਬ੍ਰੈਂਪਟਨ ਤੋਂ ਖਬਰ ਸਾਹਮਣੇ ਆਈ ਹੈ ਕਿ ਕਾਫੀ ਲੋਕਾਂ ਨੂੰ ਜੋ ਦੇਰ ਰਾਤ ਤੱਕ ਪਟਾਕੇ ਚਲਾਏ ਗਏ ਉਸ ਦੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹਨਾਂ ਦੀ ਨੀਂਦ ਵੀ ਨਹੀਂ ਪੂਰੀ ਹੋ ਸਕੀ, ਜਿਸ ਤੋਂ ਬਾਅਦ ਉਹ ਆਪਣੀ ਪਰੇਸ਼ਾਨੀ ਦੱਸਦੇ ਹੋਏ ਨਜ਼ਰ ਆਏ। ਦੀਵਾਲੀ ਮੌਕੇ ਦੇਰ ਰਾਤ ਜੋ ਪਟਾਕੇ ਚਲਾਏ ਗਏ ਉਸ ਤੋਂ ਬਾਅਦ ਬ੍ਰੈਂਪਟਨ ਵਾਸੀ ਕਾਫੀ ਗੁੱਸੇ ਦੇ ਵਿੱਚ ਹਨ। 2 ਸਾਲਾਂ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਮਨਾਉਣ ਦੇ ਵਾਸਤੇ ਬ੍ਰੈਂਪਟਨ ਵਾਸੀ ਕਾਫੀ ਜ਼ਿਆਦਾ ਖੁਸ਼ ਸਨ, ਪਰ ਕੁਝ ਇੱਥੋਂ ਦੇ ਵਸਨੀਕ ਗੁੱਸੇ ਦੇ ਵਿੱਚ ਵੀ ਆ ਗਏ ਕਿਉਂਕਿ ਜੋ ਦੇਰ ਰਾਤ ਤੱਕ ਪਟਾਕੇ ਚੱਲਦੇ ਰਹੇ ਉਸ ਦੇ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਆਈ। ਬ੍ਰੈਂਪਟਨ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਪਟਾਕੇ ਚਲਾਉਣ ਤੋਂ ਕੋਈ ਪਰੇਸ਼ਾਨੀ ਨਹੀਂ ਹੈ, ਪਰ ਉਹਨਾਂ ਨੂੰ ਦਿੱਕਤ ਹੈ ਜੋ ਦੇਰ ਰਾਤ ਤੱਕ ਪਟਾਕੇ ਚੱਲਦੇ ਰਹੇ। ਪਟਾਕਿਆਂ ਦੀ ਆਵਾਜ਼ ਦੇ ਕਾਰਨ ਉਹਨਾਂ ਨੂੰ ਠੀਕ ਤਰ੍ਹਾਂ ਨੀਂਦ ਵੀ ਨਹੀਂ ਆ ਸਕੀ। ਬ੍ਰੈਂਪਟਨ ਵਾਸੀਆਂ ਦਾ ਕਹਿਣਾ ਹੈ ਕਿ ਰਾਤ 3 ਵਜੇ ਦੇ ਕਰੀਬ ਉੱਚੀ ਆਵਾਜ਼ ਦੇ ਵਿੱਚ ਪਟਾਕੇ ਚੱਲਦੇ ਰਹੇ। ਇਸ ਤੋਂ ਬਾਅਦ ਹੁਣ ਕੁਝ ਬ੍ਰੈਂਪਟਨ ਵਾਸੀ ਕਹਿ ਰਹੇ ਸਨ ਕਿ ਉਹਨਾਂ ਨੇ ਕੰਮ ਤੇ ਜਾਣਾ ਸੀ, ਪਰ ਉਹਨਾਂ ਦੀ ਨੀਂਦ ਪੂਰੀ ਨਹੀਂ ਹੋ ਸਕੀ। ਪਟਾਕਿਆਂ ਦੀ ਤੇਜ਼ ਆਵਾਜ਼ ਦੇ ਕਾਰਨ ਉਹ ਸਿਰਫ 1 ਘੰਟਾ ਜਾਂ ਫਿਰ 2 ਘੰਟਾ ਹੀ ਸੌਂ ਸਕੇ, ਜਦਕਿ ਉਹਨਾਂ ਦੀ ਅਗਲੇ ਦਿਨ 12 ਘੰਟਿਆਂ ਦੀ ਸ਼ਿਫਟ ਹੈ। ਦੱਸ ਦਈਏ ਕਿ ਪਹਿਲਾ ਕੋਰੋਨਾ ਵਾਇਰਸ ਦੇ ਕਾਰਨ ਸਾਰੇ ਤਿਉਹਾਰ ਪ੍ਰਭਾਵਿਤ ਹੋਏ। ਦੀਵਾਲੀ ਦਾ ਤਿਉਹਾਰ ਵੀ ਕੈਨੇਡਾ ਵਾਸੀ ਉਤਸ਼ਾਹਿਤ ਹੋ ਕੇ ਨਹੀਂ ਮਨਾ ਸਕੇ ਕਿਉਂਕਿ ਪਿਛਲੇ ਸਾਲ ਵੀ ਕੋਰੋਨਾ ਵਾਇਰਸ ਦੇ ਕਾਰਨ ਕਾਫੀ ਪਾਬੰਦੀਆਂ ਲਗਾਈਆਂ ਗਈਆਂ ਸਨ। ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤ ਪਹਿਲਾਂ ਦੇ ਮੁਕਾਬਲੇ ਕਾਫੀ ਸੁਧਰ ਚੁੱਕੇ ਨੇ। ਇੱਥੇ ਵੈਕਸੀਨੇਸ਼ਨ ਰੇਟ ਵੀ ਕਾਫੀ ਜ਼ਿਆਦਾ ਹੈ। ਇਸ ਦੇ ਕਾਰਨ ਪ੍ਰੋਵਿੰਸਸ ਦੇ ਵੱਲੋਂ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਗਈ ਹੈ ਤੇ ਹੁਣ ਕਾਫੀ ਲੰਬੇ ਸਮੇਂ ਬਾਅਦ ਕੈਨੇਡਾ ਵਾਸੀ ਤਿਉਹਾਰ ਮਨਾਉਣ ਦੇ ਵਾਸਤੇ ਕਾਫੀ ਉਤਸ਼ਾਹਿਤ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅਕਤੂਬਰ ਮਹੀਨੇ ਦੌਰਾਨ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਕਿੰਨੀਆਂ ਨੌਕਰੀਆਂ ਸ਼ਾਮਿਲ ਹੋਈਆਂ। ਜਾਣਕਾਰੀ ਦੇ ਮੁਤਾਬਕ 31,000 ਦੇ ਕਰੀਬ ਨੌਕਰੀਆਂ ਆਰਥਿਕਤਾ ਦੇ ਵਿੱਚ ਐਡ ਹੋਈਆਂ ਨੇ, ਪਰ ਜੋ ਅੰਦਾਜ਼ਾ ਲਗਾਇਆ ਗਿਆ ਸੀ ਉਸ ਦੇ ਨਾਲੋਂ ਇਹ ਕਾਫੀ ਘੱਟ ਹਨ। ਪਰ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਇਸ ਮਹੀਨੇ ਬੇਰੁਜ਼ਗਾਰੀ ਦਰ ਪਹਿਲਾਂ ਦੇ ਮੁਕਾਬਲੇ ਹੇਠਾਂ ਆਈ ਹੈ। ਕੈਨੇਡਾ ਦੀ ਆਰਥਿਕਤਾ ਦੇ ਵਾਸਤੇ ਅਕਤੂਬਰ ਮਹੀਨਾ ਕਿਸ ਤਰ੍ਹਾਂ ਦਾ ਰਿਹਾ, ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਮਹੀਨੇ ਆਰਥਿਕਤਾ ਦੇ ਵਿੱਚ ਕਈ ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ ਤੇ ਬੇਰੁਜ਼ਗਾਰੀ ਦਰ ਵੀ ਪਹਿਲਾਂ ਦੇ ਮੁਕਾਬਲੇ ਘੱਟ ਦਰਜ ਕੀਤੀ ਗਈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਕਤੂਬਰ ਮਹੀਨੇ ਕੈਨੇਡਾ ਦੀ ਆਰਥਿਕਤਾ ਦੇ ਵਿੱਚ 31,000 ਨਵੀਆਂ ਨੌਕਰੀਆਂ ਪੈਦਾ ਹੋਈਆਂ। ਪਰ ਇੱਥੇ ਦੱਸ ਦਈਏ ਕਿ ਸਤੰਬਰ ਮਹੀਨੇ ਦੌਰਾਨ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਜਿਹੜੀਆਂ ਨੌਕਰੀਆਂ ਜੁੜੀਆਂ ਸਨ ਉਹਨਾਂ ਦੇ ਮੁਕਾਬਲੇ ਇਸ ਮਹੀਨੇ ਜਾਣੀ ਕਿ ਅਕਤੂਬਰ ਮਹੀਨੇ ਘੱਟ ਨੌਕਰੀਆਂ ਐਡ ਹੋਈਆਂ। ਪਰ ਇਸ ਦੌਰਾਨ ਇਹ ਜ਼ਰੂਰ ਦੇਖਿਆ ਗਿਆ ਕਿ ਅਕਤੂਬਰ ਮਹੀਨੇ ਪਹਿਲਾਂ ਦੇ ਮੁਕਾਬਲੇ ਬੇਰੁਜ਼ਗਾਰੀ ਦਰ ਘੱਟ ਹੋਈ ਹੈ। ਸਟੈਟਿਸਟਿਕਸ ਕੈਨੇਡਾ ਦੀ ਜਾਣਕਾਰੀ ਦੇ ਮੁਤਾਬਕ ਅਕਤੂਬਰ ਮਹੀਨੇ ਨੌਕਰੀਆਂ ਦੇ ਵਿੱਚ 0.2% ਦਾ ਵਾਧਾ ਹੋਇਆ। ਰੀਟੇਲ ਸੇਲ ਦੇ ਵਿੱਚ 72,000 ਨੌਕਰੀਆਂ ਪੈਦਾ ਹੋਈਆਂ, ਪਰ ਹੋਟਲ ਤੇ ਰੈਸਟੋਰੈਂਟ ਸੈਕਟਰ, ਫੂਡ ਸੇਵਾਵਾਂ ਸੈਕਟਰ ਦੇ ਵਿੱਚ ਨੌਕਰੀਆਂ ਅਜੇ ਵੀ ਘੱਟ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਸੈਕਟਰਸ ਦੇ ਵਿੱਚ ਦੇਖਿਆ ਗਿਆ ਕਿ ਅਕਤੂਬਰ ਮਹੀਨੇ ਦੌਰਾਨ 27,000 ਨੌਕਰੀਆਂ ਘੱਟ ਗਈਆਂ। ਏਜੰਸੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਕੈਨੇਡਾ ਦੇ 2 ਅਜਿਹੇ ਪ੍ਰੋਵਿੰਸ ਹਨ ਜਿੱਥੇ ਕਾਫੀ ਜ਼ਿਆਦਾ ਨੌਕਰੀਆਂ ਦਰਜ ਕੀਤੀਆਂ ਗਈਆਂ ਨੇ। ਜਾਣਕਾਰੀ ਮੁਤਾਬਕ ਇਕਾਨਮੀ ਦੇ ਵਿੱਚ ਓਨਟਾਰੀਓ ਤੋਂ 37,000 ਅਤੇ ਨਿਊ ਬਰਨਸਵਿਕ ਦੇ ਵਿੱਚ 3,000 ਨਵੀਆਂ ਨੌਕਰੀਆਂ ਦਰਜ ਕੀਤੀਆਂ ਗਈਆਂ। ਸਸਕੈਚੁਆਨ ਦੇ ਵਿੱਚ 6,500 ਅਤੇ ਮੈਨੀਟੋਬਾ ਦੇ ਵਿੱਚ 3,100 ਨੌਕਰੀਆਂ ਘਟ ਗਈਆਂ ਹਨ। ਬੇਰੁਜ਼ਗਾਰੀ ਦਰ ਦੇ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਅਨਇੰਪਲੋਇਮੈਂਟ ਰੇਟ ਘਟ ਕੇ 6.7% ਦੇ ਉੱਪਰ ਆ ਗਿਆ। ਹਜ਼ਾਰਾਂ ਬਜ਼ੁਰਗਾਂ ਦੀ ਮਹੀਨੇ ਦੀ ਆਮਦਨੀ ਦੇ ਵਿੱਚ ਕਟੌਤੀ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਉਹ ਬਜ਼ੁਰਗ ਹਨ ਜਿਨ੍ਹਾਂ ਵੱਲੋਂ ਕੋਵਿਡ-19 ਦੌਰਾਨ ਬੈਨੀਫਿਟ ਲਿਆ ਗਿਆ। ਇਸ ਦੇ ਕਾਰਨ ਹੁਣ 90,000 ਬਜ਼ੁਰਗ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੀ ਮਹੀਨੇ ਦੀ ਆਮਦਨੀ ਦੇ ਵਿੱਚ ਕਟੌਤੀ ਦੀ ਜਾਣਕਾਰੀ ਤੇ ਖਬਰ ਸਾਹਮਣੇ ਆਈ ਹੈ। ਹੁਣ ਇਸ ਤੋਂ ਬਾਅਦ ਐਨਡੀਪੀ ਵੱਲੋਂ ਸਰਕਾਰ ਨੂੰ ਇੱਕ ਮੰਗ ਕੀਤੀ ਜਾ ਰਹੀ ਹੈ ਜੋ ਇਹਨਾਂ ਬਜ਼ੁਰਗਾਂ ਦੇ ਨਾਲ ਜੁੜੀ ਹੋਈ ਹੈ। ਹਜ਼ਾਰਾਂ ਬਜ਼ੁਰਗਾਂ ਦੀ ਮੰਥਲੀ ਇਨਕਮ ਦੇ ਵਿੱਚ ਕਟੌਤੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਉਹ ਬਜ਼ੁਰਗ ਹਨ ਜਿਨ੍ਹਾਂ ਵੱਲੋਂ ਕੋਵਿਡ-19 ਦੌਰਾਨ ਬੈਨੀਫਿਟ ਲਿਆ ਗਿਆ। ਜੀ ਹਾਂ, ਕੋਰੋਨਾ ਪੈਂਡੈਮਿਕ ਦੌਰਾਨ ਸਰਕਾਰ ਵੱਲੋਂ ਜੋ ਮਦਦ ਵਾਸਤੇ ਪ੍ਰੋਗਰਾਮ ਚਲਾਇਆ ਗਿਆ ਉਸ ਦਾ ਲਾਭ ਲੈਣ ਦੇ ਕਾਰਨ 90,000 ਕੈਨੇਡੀਅਨ ਬਜ਼ੁਰਗਾਂ ਨੂੰ ਉਹਨਾਂ ਦੀ ਮੰਥਲੀ ਇਨਕਮ ਦੇ ਵਿੱਚ ਅਚਾਨਕ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਬਜ਼ੁਰਗਾਂ ਵੱਲੋਂ ਐਮਰਜੈਂਸੀ ਰਿਸਪੌਂਸ ਬੈਨੀਫਿਟ ਹਾਸਲ ਕੀਤਾ ਜਾ ਰਿਹਾ ਸੀ, ਇਹਨਾਂ ਬਜ਼ੁਰਗਾਂ ਦੇ GIS ਦੇ ਵਿੱਚ ਕਟੌਤੀ ਹੋਈ ਹੈ।
ਜਾਣਕਾਰੀ ਮੁਤਾਬਕ ਇਸ ਕਟੌਤੀ ਦਾ ਸਾਹਮਣਾ ਕਰਨ ਵਾਲੇ ਬਜ਼ੁਰਗਾਂ ਦੀ ਗਿਣਤੀ 88,222 ਹੈ। ਦੱਸਣਯੋਗ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ GIS ਦੀ ਰਕਮ ਦਾ ਅਨੁਮਾਨ ਲਗਾਉਣ ਵੇਲੇ CERB ਨੂੰ ਬਾਹਰ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਸਰਕਾਰ ਵੱਲੋਂ ਇਸ ਦੇ ਵਾਸਤੇ ਇਸ ਸਾਲ $380 ਮਿਲੀਅਨ ਅਤੇ ਅਗਲੇ ਸਾਲ $58 ਮਿਲੀਅਨ ਖਰਚ ਆਉਣ ਦੀ ਗੱਲ ਕਹੀ ਗਈ। ਇਸ ਬਾਰੇ ਲਗਾਤਾਰ NDP ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਜ਼ੁਰਗਾਂ ਦੀ ਜੋ ਮੰਥਲੀ ਇਨਕਮ ਜਾਣੀ ਕਿ ਆਮਦਨ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ, ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ। ਹੁਣ ਜਿਹੜੇ ਬਜ਼ੁਰਗ ਇਸ ਦੇ ਕਾਰਨ ਪ੍ਰਭਾਵਿਤ ਹੋਏ ਨੇ, ਉਹਨਾਂ ਵੱਲੋਂ ਵੀ ਆਪਣੀ ਪਰੇਸ਼ਾਨੀ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਫਲੂ ਸ਼ਾਟ ਲਗਵਾਇਆ ਗਿਆ, ਇਸ ਦੀ ਜਾਣਕਾਰੀ ਖੁਦ ਉਹਨਾਂ ਵੱਲੋਂ ਸਾਂਝੀ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਮੈਂ ਤਾਂ ਫਲੂ ਸ਼ਾਟ ਲਗਵਾ ਲਿਆ ਤੇ ਹੁਣ ਤੁਹਾਡਾ ਸਮਾਂ ਹੈ ਕਿ ਤੁਸੀਂ ਵੀ ਲਗਵਾ ਲਵੋ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਫਲੂ ਸ਼ਾਟ ਹਾਸਲ ਕੀਤਾ ਗਿਆ, ਜਿਸ ਦੀ ਜਾਣਕਾਰੀ ਖੁਦ ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਸਾਂਝੀ ਕੀਤੀ ਗਈ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਉਹ ਫਲੂ ਸ਼ਾਟ ਹਾਸਲ ਕਰ ਰਹੇ ਹਨ। ਇਸ ਦੇ ਨਾਲ ਹੀ ਜਸਟਿਨ ਟਰੂਡੋ ਵੱਲੋਂ तमाम ਕੈਨੇਡੀਅਨਸ ਨੂੰ ਸੁਨੇਹਾ ਦਿੱਤਾ ਗਿਆ। ਟਰੂਡੋ ਦਾ ਕਹਿਣਾ ਹੈ ਕਿ ਇਹ ਬਿਹਤਰ ਦਿਨ ਹੈ ਕਿ ਅਸੀਂ ਆਪਣੇ ਫਲੂ ਸ਼ਾਟਸ ਹਾਸਲ ਕਰੀਏ। ਮੈਂ ਆਪਣਾ ਫਲੂ ਸ਼ਾਟ ਅੱਜ ਸਵੇਰੇ ਲਗਵਾ ਲਿਆ ਹੈ। ਉਹਨਾਂ ਕਿਹਾ ਕਿ ਇੱਕ ਬਿਹਤਰ ਕਦਮ ਹੈ ਕਿ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਕਰ ਸਕੋ। ਨਾਲ ਹੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਹ ਫਲੂ ਸ਼ਾਟ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਬਾਰੇ ਜਾਣਕਾਰੀ ਅਤੇ ਬਾਕੀ ਦੀ ਸਾਰੀ ਇਨਫੋਰਮੇਸ਼ਨ ਵੈਬਸਾਈਟ ਦੇ ਉੱਪਰ ਸਾਂਝੀ ਕਰ ਸਕਦੇ ਹੋ। ਸਾਲ ਖਤਮ ਹੋਣ ਦੇ ਵਿੱਚ 2 ਮਹੀਨੇ ਦਾ ਸਮਾਂ ਰਹਿ ਗਿਆ ਤੇ ਹੁਣ ਉਡੀਕ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਫੈਡਰਲ ਲੈਵਲ ਦਾ ਡਰਾਅ ਕਦੋਂ ਕੱਢਿਆ ਜਾਵੇਗਾ। ਇੱਕ ਮੀਟਿੰਗ ਵੀ ਹੋਈ ਹੈ, ਪਰ ਇਸ ਦੇ ਵਿੱਚ ਇਹ ਫੈਸਲਾ ਨਹੀਂ ਲਿਆ ਗਿਆ ਕਿ ਪੂਰੇ ਉਮੀਦਵਾਰਾਂ ਨੂੰ ਜਾਣੀ ਕਿ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਇਨਵੀਟੇਸ਼ਨ ਕਦੋਂ ਜਾਰੀ ਕੀਤੇ ਜਾਣਗੇ। ਉਡੀਕ ਕੀਤੀ ਜਾ ਰਹੀ ਸੀ ਕਿ ਸਰਕਾਰ ਦਾ ਟਾਰਗੇਟ ਪੂਰਾ ਨਹੀਂ ਹੋਇਆ ਤਾਂ ਉਹਨਾਂ ਵੱਲੋਂ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ, ਪਰ ਫਿਲਹਾਲ ਅਜਿਹਾ ਨਹੀਂ ਹੋ ਸਕਿਆ ਤੇ ਨਾ ਹੀ ਦੱਸਿਆ ਗਿਆ ਹੈ ਕਿ ਕਦੋਂ ਫੈਡਰਲ ਲੈਵਲ ਦਾ ਡਰਾਅ ਐਲਾਨ ਕੀਤਾ ਜਾਵੇਗਾ। ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਜਾਣਗੇ। ਫਿਲਹਾਲ IRCC ਵੱਲੋਂ ਇਸ ਬਾਰੇ ਕੋਈ ਵੀ ਤਾਰੀਖ ਨਹੀਂ ਦੱਸੀ ਗਈ ਕਿ ਕਦੋਂ ਉਹਨਾਂ ਵੱਲੋਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਂਡੀਡੇਟਸ ਨੂੰ ਸੱਦੇ ਦਿੱਤੇ ਜਾਣਗੇ। ਇਸ ਸਾਲ ਖਤਮ ਹੋਣ ਦੇ ਵਿੱਚ ਸਿਰਫ 2 ਮਹੀਨਿਆਂ ਦਾ ਸਮਾਂ ਰਹਿ ਗਿਆ ਹੈ, ਪਰ ਅਜੇ ਤੱਕ ਵੀ ਇਹ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਕਦੋਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਂਡੀਡੇਟਸ ਨੂੰ ਇਨਵੀਟੇਸ਼ਨ ਹਾਸਲ ਹੋਣਗੇ। ਦੱਸ ਦਈਏ ਕਿ 21 ਅਕਤੂਬਰ ਨੂੰ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਤੇ ਨਾਲ ਹੀ ਐਸੋਸੀਏਸ਼ਨਸ ਰਿਪਰੈਜ਼ੈਂਟਿੰਗ ਕੈਨੇਡੀਅਨ ਇਮੀਗ੍ਰੇਸ਼ਨ ਲਾਇਰਸ ਐਂਡ ਕੰਸਲਟੈਂਟਸ ਦੀ ਆਪਸ ਦੇ ਵਿੱਚ ਮੀਟਿੰਗ ਹੋਈ ਹੈ, ਪਰ ਅਜੇ ਵੀ ਇਸ ਬਾਰੇ ਸਪਸ਼ਟ ਫੈਸਲਾ ਸਾਹਮਣੇ ਨਹੀਂ ਆਇਆ ਕਿ ਕਦੋਂ ਸਾਰੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾਣਗੇ। ਇਸ ਬਾਰੇ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਕਹਿ ਰਿਹਾ ਸੀ ਕਿ ਇੱਕ ਵਾਰ ਕੈਬਨਿਟ ਸੈਟਲ ਹੋਣ ਤੋਂ ਬਾਅਦ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਜੋ ਕੈਨੇਡਾ ਦੇ ਵਿੱਚ 20 ਸਤੰਬਰ ਨੂੰ ਫੈਡਰਲ ਚੋਣਾਂ ਹੋਈਆਂ, ਇਸ ਤੋਂ ਬਾਅਦ ਲਿਬਰਲ ਪਾਰਟੀ ਦੀ ਜਿੱਤ ਹੋਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਦੇ ਵੱਲੋਂ ਸਹੁੰ ਚੁੱਕ ਲਈ ਗਈ ਹੈ ਤੇ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੀ ਜ਼ਿੰਮੇਵਾਰੀ ਸੀਨ ਫਰੇਜ਼ਰ ਦੇ ਮੋਢਿਆਂ ਦੇ ਉੱਪਰ ਆ ਗਈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਮੰਤਰੀ ਜਲਦ ਹੀ ਇਸ ਬਾਰੇ ਕੋਈ ਐਲਾਨ ਕਰ ਸਕਦੇ ਨੇ, ਜਿਸ ਦੇ ਵਿੱਚ ਦੱਸਿਆ ਜਾਵੇਗਾ ਕਿ ਸਾਰੇ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਸੱਦੇ ਕਦੋਂ ਮਿਲਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਇਕਨੋਮਿਕ ਕਲਾਸ ਇਮੀਗ੍ਰੈਂਟਸ ਦੇ ਸਵਾਗਤ ਦਾ ਸਭ ਤੋਂ ਅਹਿਮ ਰਸਤਾ ਐਕਸਪ੍ਰੈਸ ਐਂਟਰੀ ਹੈ। ਇਸ ਵਾਸਤੇ ਉਮੀਦਵਾਰਾਂ ਨੂੰ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ ਜਾਂ ਫਿਰ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਦੇ ਵਾਸਤੇ ਐਲੀਜੀਬਲ ਹੋਣਾ ਪੈਂਦਾ ਹੈ। ਇਸ ਦੇ ਨਾਲ ਹੀ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਵੀ ਇਨਵੀਟੇਸ਼ਨ ਦਿੱਤੇ ਜਾਂਦੇ ਹਨ। ਉਮੀਦਵਾਰਾਂ ਨੂੰ ਉਹਨਾਂ ਦੇ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਦੇ ਮੁਤਾਬਕ ਹੀ ਇਨਵੀਟੇਸ਼ਨ ਦਿੱਤੇ ਜਾਂਦੇ ਹਨ। ਸਤੰਬਰ ਮਹੀਨੇ ਦੌਰਾਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਐਕਸਪ੍ਰੈਸ ਐਂਟਰੀ ਡਰਾਅ ਵੀ ਨਹੀਂ ਐਲਾਨ ਕੀਤਾ ਗਿਆ। ਸਿਰਫ ਇਸ ਮਹੀਨੇ ਦੌਰਾਨ PNP ਸਪੈਸੀਫਿਕ ਡਰਾਅ ਹੀ ਕੱਢਿਆ ਗਿਆ, ਜਿਸ ਦੇ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਹਨ। ਪਰ ਕਿਉਂਕਿ ਫੈਡਰਲ ਲੈਵਲ ਦਾ ਜਾਂ ਫਿਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਨਹੀਂ ਕੱਢਿਆ ਗਿਆ, ਇਸ ਤੋਂ ਬਾਅਦ ਹੁਣ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਇਹ ਡਰਾਅ ਕੱਢਿਆ ਜਾਵੇਗਾ। ਫੈਡਰਲ ਇਮਾਰਤਾਂ ਦੇ ਉੱਪਰ ਲੱਗੇ ਕੈਨੇਡਾ ਦੇ ਝੰਡੇ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਬਾਰੇ ਸਰਕਾਰ ਵੱਲੋਂ ਯੋਜਨਾ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਕਦੋਂ ਇਸ ਝੰਡੇ ਨੂੰ ਰੇਜ਼ ਕੀਤਾ ਜਾਵੇਗਾ ਅਤੇ ਕਦੋਂ ਫਿਰ ਇਸ ਝੰਡੇ ਨੂੰ ਅੱਧ ਵਿੱਚ ਝੁਕਾ ਦਿੱਤਾ ਜਾਵੇਗਾ। ਦੱਸ ਦਈਏ ਕਿ ਰੈਜ਼ੀਡੈਂਸ਼ੀਅਲ ਸਕੂਲ ਵਿੱਚੋਂ ਜੋ ਬੱਚਿਆਂ ਦੀਆਂ ਬੇਨਾਮ ਕਬਰਾਂ ਮਿਲੀਆਂ ਸਨ, ਉਸ ਤੋਂ ਬਾਅਦ ਝੰਡੇ ਅੱਧੇ ਝੁਕਾ ਦਿੱਤੇ ਗਏ। ਫੈਡਰਲ ਬਿਲਡਿੰਗਸ ਦੇ ਉੱਪਰ ਲੱਗੇ ਗਏ ਫਲੈਗ ਨੂੰ ਹੁਣ ਰੇਜ਼ ਕੀਤਾ ਜਾਵੇਗਾ। ਇਸ ਨੂੰ ਰਿਮੈਂਬਰੈਂਸ ਡੇ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਫਿਰ ਤੋਂ ਝੁਕਾ ਦਿੱਤਾ ਜਾਵੇਗਾ। ਦੱਸ ਦਈਏ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚੋਂ ਜੋ ਬੱਚਿਆਂ ਦੀਆਂ ਬੇਨਾਮ ਕਬਰਾਂ ਮਿਲੀਆਂ, ਉਸ ਤੋਂ ਬਾਅਦ ਫੈਡਰਲ ਇਮਾਰਤਾਂ ਦੇ ਉੱਪਰ ਲੱਗੇ ਹੋਏ ਝੰਡੇ ਨੂੰ ਅੱਧਾ ਝੁਕਾਇਆ ਗਿਆ, ਪਰ ਹੁਣ ਕੈਨੇਡਾ ਦੇ ਇਸ ਝੰਡੇ ਨੂੰ ਰੇਜ਼ ਕੀਤਾ ਜਾਵੇਗਾ।
इस बारे जो योजना सांझी की गई उस दे विच कहा गया कि ਸਤੰਬਰ 30 ਜਾਣੀ ਕਿ ਨੈਸ਼ਨਲ ਡੇ ਫॉर ਟਰੁਥ ਐਂਡ ਰੀਕਨਸਾਈਲੇਸ਼ਨ ਦੇ ਮੌਕੇ ਇਸ ਝੰਡੇ ਨੂੰ ਅੱਧਾ ਝੁਕਾਇਆ ਜਾਵੇਗਾ। योजना मुताबक अजिहा हर साल कीता जावेगा। योजना के मुताबक 7 नवंबर ਨੂੰ झंडा रेज किया जाएगा। इस तो बाद 8 नवंबर ਨੂੰ फिर तो अद्धा चुका दिता जाएगा। इस तो बाद नवंबर 11 ਨੂੰ भी इसे तरह किया जाना है। अल्बर्टा के कैबिनेट मंत्री वालों अपने अहुदे तो अस्तीफा दिता गया। इस मंत्री का नाम डेविड है, जिन्हां दे उपर इल्जाम सी कि वह अक्सर ही अपने ऑफिस दे विच दारू पिया करते सन। कईयां वालों उन्हां दे उपर यह इल्जाम लगाया गया। इस बारे खुद भी डेविड वालों जानकारी दी गई। उन्हां वालों कहा गया कि अल्बर्टा के प्रीमियर नूं उन्हां वालों अपना अस्तीफा दिता गया, जो कि हुण मंजूर हो गया है। अल्बर्टा के कैबिनेट मिनिस्टर दे वालों अस्तीफा दिता गया। अल्बर्टा के कैबिनेट मंत्री वालों एक कदम इस करके चुक्या गया क्योंकि उन्हां दे उपर ऑफिस दे विच शराब पीण दे इल्जाम लगाए गए सन। हुण अपनी शराब दी लत दे नाल जुड़ियां प्रॉब्लम्स नूं ठीक करन वास्ते अल्बर्टा दे खेतीबाड़ी ਅਤੇ जंगलात महकमे के मंत्री डेविन ने कैबिनेट तो अस्तीफा दे दिता है। इस बारे मिनिस्टर वालों जानकारी दी गई कि उन्हां वालों प्रीमियर जेसन कैनी नूं सवेरे अपना अस्तीफा सौंपिया गया। जदों डेविन वालों अपना अस्तीफा प्रीमियर नूं दिता गया तां प्रीमियर वालों इस नूं मंजूर कर लिया गया। डेविन का कहना है कि उन्हां दा शराब दे नाल जुड़िया होया मामला सरकार वास्ते मुद्दा बन चुकिया है। उन्होंने कहा कि मेरे अते सूबे वास्ते यही जरूरी है कि मैं अपने अहदे तो अस्तीफा दे देवां ते अपनी सेहत वाल ख्याल देवां। दस दिए कि यूनाइटेड कंजरवेटिव्स दी सरकार दे कई स्टाफ मैंबर्स दे वल्लों दस्सिया गया कि डेविन अक्सर ही लैजिसलेचर दे विच शराब पींदे सन। उन्होंने दस्सिया कि जिस समय डेविन शराब पींदे सन उन्हां वल्लों दफ्तर दा दरवाजा भी उस समय बंद रखिया जांदा सी। कई स्टाफ मैंबर्स दे वल्लों दस्सिया गया कि उन्होंने मिनिस्टर नूं अपने दफ्तर दे विच कई वार शराब पींदे देखिया। उन्हां मुताबक इस शराब पीण दा सिलसिला अक्सर दोपहर तो बाद शुरू हुंदा सी ते शाम तक चलता रहिंदा सी। दस्सणयोग है कि प्रीमियर जेसन कैनी ने खुद इस गल की पुष्टि की कि उन्हां ने मंत्री दा अस्तीफा मंजूर कर लिया है। बुधवार नूं अल्बर्टा दे प्रीमियर जेसन कैनी नूं पहली बार इस मसले दे उपर सवालां दा सामना करना पिया सी, जिस दे विच उन्हां वल्लों दस्सिया गया सी कि इस मामले संबंधी उन्हां वल्लों जांच वास्ते कई कदम चुके जा रहे हैं। ब्रैम्पटन दे एक गैस स्टेशन दे उपर औरत वल्लों चोरी की गई। जिस औरत वल्लों अजिहा कीता गया उसका नाम निशा है अते वो गैस स्टेशन दी मैनेजर सी। उस वल्लों वड्डी मात्रा दे विच नकदी अते प्रॉपर्टी बरामद की गई। यह मामला 2 महीने पहला सामने आया सी, जिस तो बाद औरत नूं चार्ज किया गया। ब्रैम्पटन दे गैस स्टेशन दे उपर की गई चोरी दे मामले दे विच एक औरत दे उपर चार्ज लगाए गए। इस औरत वालों गैस स्टेशन तो $2 लाख तक चोरी किए गए। जानकारी मुताबक जिस औरत वालों गैस स्टेशन के उपर इन्नी वड्डी रकम की चोरी की गई वो इत्थे मैनेजर सी, जिस वालों गैस स्टेशन तो प्रॉपर्टी अते नकदी चोरी की गई है। ओंटारियो पुलिस के ऑफिसर्स के वालों जानकारी दी गई कि गैस स्टेशन के मालक वालों उन्हां नाल अक्तूबर महीने दौरान संपर्क किया गया। यह मामला हाईवे 50 के उपर स्थित गैस स्टेशन तो सामने आया। पुलिस वालों जो इस बारे जानकारी दी गई उसके मुताबक औरत वालों वड्डी मात्रा दे विच नकदी बरामद की गई ते नाल ही उस वालों प्रॉपर्टी जिस दे विच टबैको प्रोडक्ट शामिल सन वो भी $50,000 तक दे चोरी किए गए। ओंटारियो पुलिस वालों जानकारी दी गई कि उन्हां वालों पिछले महीने जांच की शुरुआत की गई। अजे भी उन्हां वालों इस मामले की वधेरे जांच की जा रही है। जिस औरत नूं चोरी के मामले दे विच चार्ज किया गया उसकी पहचान भी पुलिस ने जनतक की है। इस औरत का नाम निशा दस्सिया गया, जिसकी उम्र 24 साल के करीब है। फिलहाल पुलिस का कहना है कि जेकर किसी नूं भी इस घटना के बारे कोई वधेरे जानकारी होवे तां ओंटारियो पुलिस के नाल 905 584 2241 के उपर या फिर क्राइम स्टॉपर्स के नाल 1800 222 8477 के उपर कॉल करके जानकारी साझी की जा सकती है। क्यूबेक वालों जो अपने हैल्थ केयर वर्कर्स के वास्ते कोविड-19 वैक्सीन नूं लाजमी किया गया सी, इस फैसले नूं ड्रॉप किया गया, पर ब्रिटिश कोलंबिया वालों अजिहा नहीं किया गया। अजे भी हैल्थ केयर वर्कर्स के उपर वैक्सीनेशन की यह नीति लागू है, जिस दे तहत जानकारी सामने आ रही है कि हुण वध हैल्थ केयर वर्कर्स अगे आके वैक्सीन हासिल कर रहे हैं। ब्रिटिश कोलंबिया विच हुण वध हैल्थ केयर वर्कर्स अगे आके कोविड-19 वैक्सीन हासिल कर रहे हैं। ओंटारियो अते क्यूबेक दे वल्लों जो हैल्थ केयर वर्कर्स के वास्ते कोविड-19 वैक्सीन नीति है उसनूं वापस ले लिया गया, पर दूजे पासे ब्रिटिश कोलंबिया दे विच हैल्थ केयर वर्कर्स के वास्ते कोविड-19 वैक्सीन नूं लाजमी करन दा जो फैसला लिया गया अजे भी वो इत्थे लागू है। ब्रिटिश कोलंबिया वालों उन्हां हैल्थ केयर वर्कर्स के उपर कार्रवाई की गई जिन्हां ने कोविड-19 वैक्सीन हासिल नहीं किया।
ਇਸ ਤਰ੍ਹਾਂ ਦੇ 3000 ਦੇ ਕਰੀਬ ਹੈਲਥ ਕੇਅਰ ਵਰਕਰਸ ਨੂੰ ਬ੍ਰਿਟਿਸ਼ ਕੋਲੰਬੀਆ ਵੱਲੋਂ ਅਨਪੇਡ ਲੀਵ ਦੇ ਉੱਪਰ ਭੇਜਿਆ ਗਿਆ। ਇਸ ਬਾਰੇ ਹੈਲਥ ਮਿਨਿਸਟਰ ਦਾ ਕਹਿਣਾ ਹੈ ਕਿ ਇਸ ਸਮੇਂ 97 ਤੋਂ ਲੈ ਕੇ 98% ਹੈਲਥ ਕੇਅਰ ਵਰਕਰਸ ਵੈਕਸੀਨੇਟਡ ਹਨ। ਜਦੋਂ ਬ੍ਰਿਟਿਸ਼ ਕੋਲੰਬੀਆ ਵੱਲੋਂ ਟੀਕੇ ਦੇ ਨਾਲ ਜੁੜੀ ਹੋਈ ਸਖਤੀ ਕੀਤੀ ਗਈ, ਉਸ ਤੋਂ ਬਾਅਦ ਦੇਖਿਆ ਗਿਆ ਕਿ ਅਨਵੈਕਸੀਨੇਟਡ ਗਿਣਤੀ ਜੋ ਪਹਿਲਾਂ 5000 ਸੀ, ਉਹ ਹੁਣ 3000 ਰਹਿ ਗਈ। ਜਾਣਕਾਰੀ ਮੁਤਾਬਕ ਇੰਟੀਰੀਅਰ ਹੈਲਥ ਰੀਜਨ ਦੇ ਵਿੱਚ 959 ਸਟਾਫ ਮੈਂਬਰ ਅਜੇ ਵੀ ਅਨਵੈਕਸੀਨੇਟਡ ਹਨ। ਨਾਰਦਰਨ ਹੈਲਥ ਦੇ ਵਿੱਚ ਇਹ ਗਿਣਤੀ 306, ਫਰੇਜ਼ਰ ਹੈਲਥ ਦੇ ਵਿੱਚ 573, ਜਿਹੜੇ 2.6% ਵਰਕਰਸ ਦੇ ਵੱਲੋਂ ਕੋਵਿਡ-19 ਵੈਕਸੀਨ ਨਹੀਂ ਲਗਵਾਈ। ਬ੍ਰਿਟਿਸ਼ ਕੋਲੰਬੀਆ ਤੋਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਪਹਿਲਾਂ ਦੇ ਮੁਕਾਬਲੇ ਬੱਚਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਲੱਗੇ ਹਨ। ਪ੍ਰੋਵਿੰਸ ਵੱਲੋਂ ਦੱਸਿਆ ਗਿਆ ਕਿ ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਹੈ, ਇਸ ਸਮੇਂ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਨੇ। ਇਸ ਕਾਰਨ ਕਿਉਂਕਿ ਬੱਚਿਆਂ ਦੇ ਵਾਸਤੇ ਅਜੇ ਕੋਵਿਡ-19 ਵੈਕਸੀਨ ਮਨਜ਼ੂਰ ਨਹੀਂ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਹਨ, ਇਸ ਬਾਰੇ ਡਾਕਟਰ ਬੋਨੀ ਹੈਨਰੀ ਵੱਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਵਿੱਚ ਜੋ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਜਾ ਰਹੇ ਸਨ, ਹੁਣ ਇਸ ਸੂਬੇ ਦੇ ਵਿੱਚ ਇਨ੍ਹਾਂ ਮਾਮਲਿਆਂ ਦੀ ਗਿਣਤੀ ਘੱਟ ਹੋਣ ਲੱਗੀ ਹੈ। ਸੂਬੇ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਜਿਹੜੇ 5 ਸਾਲ ਤੋਂ 11 ਸਾਲ ਦੇ ਬੱਚੇ ਹਨ, ਉਹ ਇਸ ਸਮੇਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਨੇ, ਜਦਕਿ ਬਾਕੀ ਗਰੁੱਪ ਦੇ ਬੱਚੇ ਹੁਣ ਕੋਰੋਨਾ ਵਾਇਰਸ ਦਾ ਘੱਟ ਸ਼ਿਕਾਰ ਹੋ ਰਹੇ ਨੇ। ਇਸ ਦੇ ਪਿੱਛੇ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਕਿ 12 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਵਾਸਤੇ ਅਜੇ ਤੱਕ ਕੋਵਿਡ-19 ਵੈਕਸੀਨ ਮਨਜ਼ੂਰ ਨਹੀਂ ਹੋਈ। ਜੋ ਜਾਣਕਾਰੀ ਅਕਤੂਬਰ 26 ਤੋਂ ਨਵੰਬਰ 1 ਤੱਕ ਸਾਹਮਣੇ ਆਈ, ਉਸ ਦੇ ਮੁਤਾਬਕ ਇਸ ਉਮਰ ਵਰਗ ਦੇ 550 ਮਾਮਲੇ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਦਰਜ ਕੀਤੇ ਗਏ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 56 ਬੱਚਿਆਂ ਦਾ ਹਸਪਤਾਲ ਦੇ ਵਿੱਚ ਵੀ ਇਲਾਜ ਹੋਇਆ, ਜਿਨ੍ਹਾਂ ਵਿੱਚੋਂ 4 ਕ੍ਰਿਟੀਕਲ ਕੇਅਰ ਦੇ ਵਿੱਚ ਦੱਸੇ ਗਏ। ਹੁਣ ਜਾਣਕਾਰੀ ਦਿੰਦਿਆਂ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੋਨੀ ਹੈਨਰੀ ਨੇ ਦੱਸਿਆ ਹੈ ਕਿ ਪਹਿਲਾਂ ਦੇ ਮੁਕਾਬਲੇ ਬੱਚਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਲੱਗੇ ਹਨ। ਟੋਰਾਂਟੋ ਦੇ ਵਿੱਚ ਹੋਮਿਸਾਈਡ ਦੇ ਮਾਮਲੇ ਸਿਰਦਰਦ ਬਣੇ ਹੋਏ ਹਨ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਹੋਮਿਸਾਈਡ ਦੇ ਮਾਮਲੇ ਵੱਧ ਦਰਜ ਕੀਤੇ ਗਏ, ਜਿਸ ਬਾਰੇ ਇੱਕ ਰਿਲੀਜ਼ ਦੇ ਰਾਹੀਂ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਵੱਲੋਂ ਆਪਣੀ ਚਿੰਤਾ ਵੀ ਪ੍ਰਗਟਾਈ ਗਈ। ਟੋਰਾਂਟੋ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਹੋਮਿਸਾਈਡ ਮਾਮਲਿਆਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 13 ਵੱਧ ਹੋਮਿਸਾਈਡ ਦੇ ਮਾਮਲੇ ਟੋਰਾਂਟੋ ਤੋਂ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਇਸ ਸਾਲ 74 ਹੋਮਿਸਾਈਡ ਦੇ ਮਾਮਲੇ ਸ਼ਹਿਰ ਵਿੱਚ ਦਰਜ ਕੀਤੇ ਗਏ, ਜਦਕਿ ਪਿਛਲੇ ਸਾਲ ਇਨ੍ਹਾਂ ਮਾਮਲਿਆਂ ਦੀ ਗਿਣਤੀ 61 ਸੀ। ਇਸ ਬਾਰੇ ਟੋਰਾਂਟੋ ਪੁਲਿਸ ਵੱਲੋਂ ਇੱਕ ਰਿਲੀਜ਼ ਦੇ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜੋ ਸ਼ੁੱਕਰਵਾਰ ਨੂੰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਅਜੇ ਉਸ ਦੀ ਉਨ੍ਹਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਨ੍ਹਾਂ ਦੇ ਨਾਲ ਜ਼ਰੂਰ ਸੰਪਰਕ ਕਰਨ। ਜਾਣਕਾਰੀ ਮੁਤਾਬਕ ਹੁਣ ਤੱਕ ਜਿਹੜੇ ਹੋਮਿਸਾਈਡ ਦੇ ਮਾਮਲੇ ਸਾਹਮਣੇ ਆਏ, ਉਨ੍ਹਾਂ ਵਿੱਚ 40 ਗੋਲੀਬਾਰੀ ਦੇ ਨਾਲ ਜੁੜੇ ਹੋਏ ਹਨ। 36 ਮਾਮਲੇ ਪਿਛਲੇ ਸਾਲ ਗਨ ਦੇ ਨਾਲ ਸੰਬੰਧਿਤ ਦਰਜ ਕੀਤੇ ਗਏ ਹਨ। ਪਿਛਲੇ ਮਹੀਨੇ ਟੋਰਾਂਟੋ ਤੋਂ 11 ਹੋਮਿਸਾਈਡ ਦੇ ਮਾਮਲੇ ਸਾਹਮਣੇ ਆਏ, ਇਨ੍ਹਾਂ ਵਿੱਚੋਂ 8 ਗੋਲੀਬਾਰੀ ਦੇ ਨਾਲ ਜੁੜੇ ਹੋਏ ਸਨ। ਹੁਣ ਇਸ ਤੋਂ ਬਾਅਦ ਪੁਲਿਸ ਚੀਫ ਜੇਮਸ ਵੱਲੋਂ ਇਨ੍ਹਾਂ ਮਾਮਲਿਆਂ ਸੰਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ, ਜਿਸ ਦੇ ਵਿੱਚ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਸ਼ਹਿਰ ਦੇ ਵਿੱਚ ਹੋਮਿਸਾਈਡ ਦੇ ਮਾਮਲੇ ਵੱਧ ਦਰਜ ਕੀਤੇ ਗਏ ਨੇ। ਇਸ ਦੇ ਨਾਲ ਹੀ ਦੱਸਿਆ ਗਿਆ ਕਿ 4 ਅਜਿਹੇ ਹੋਮਿਸਾਈਡ ਦੇ ਮਾਮਲੇ ਹਨ ਜਿਸ ਦੇ ਵਿੱਚ ਸਸਪੈਕਟ ਅਜੇ ਵੀ ਆਊਟਸਟੈਂਡਿੰਗ ਹੈ। ਹੋਮਿਸਾਈਡ ਦਾ 66ਵਾਂ ਮਾਮਲਾ ਜੋ ਕਿ ਅਕਤੂਬਰ 16 ਨੂੰ ਸਾਹਮਣੇ ਆਇਆ, ਜੋ ਕਿ ਨਾਰਥ ਯਾਰਕ ਦੇ ਵਿੱਚ ਗੋਲੀਬਾਰੀ ਦੇ ਨਾਲ ਛੁੜਿਆ ਹੋਇਆ ਹੈ। ਹੋਮਿਸਾਈਡ ਦਾ 68ਵਾਂ ਮਾਮਲਾ ਅਕਤੂਬਰ 23 ਨੂੰ ਸਾਹਮਣੇ ਆਇਆ, ਜੋ ਕਿ ਫਿੰਚ ਏਰੀਆ ਦੇ ਵਿੱਚ ਵਾਪਰਿਆ। ਹੋਮਿਸਾਈਡ ਦਾ 17ਵਾਂ ਮਾਮਲਾ ਅਕਤੂਬਰ 23 ਨੂੰ ਸਾਹਮਣੇ ਆਇਆ, ਜਿੱਥੇ ਨਾਰਥ ਯਾਰਕ ਪਲਾਜ਼ਾ ਦੇ ਵਿੱਚ ਗੋਲੀਬਾਰੀ ਹੋਈ। ਹੋਮਿਸਾਈਡ ਦਾ 72ਵਾਂ ਮਾਮਲਾ ਅਕਤੂਬਰ 28 ਨੂੰ ਸਾਹਮਣੇ ਆਇਆ, ਜਿੱਥੇ ਸਕਾਰਬਰੋ ਦੇ ਵਿੱਚ ਘਟਨਾ ਦੱਸੀ ਗਈ ਹੈ। ਫਿਲਹਾਲ ਜੋ ਤਾਜ਼ਾ ਗੋਲੀਬਾਰੀ ਦੇ ਮਾਮਲੇ ਦੀ ਟੋਰਾਂਟੋ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਇਸ ਬਾਰੇ ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਟੋਰਾਂਟੋ ਪੁਲਿਸ ਜਾਂ ਫਿਰ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕੀਤਾ ਜਾਵੇ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤ ਸੁਧਰਨ ਲੱਗੇ ਹਨ। ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਪਹਿਲਾਂ ਦੇ ਮੁਕਾਬਲੇ ਕੋਰੋਨਾ ਮਾਮਲਿਆਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ, ਪਰ ਜਿਹੜੇ 12 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਇਸ ਸਮੇਂ ਕੋਰੋਨਾ ਵਾਇਰਸ ਦਾ ਉਹ ਸ਼ਿਕਾਰ ਹੋ ਰਹੇ ਨੇ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਵਾਸਤੇ ਅਜੇ ਕੋਵਿਡ-19 ਵੈਕਸੀਨ ਨੂੰ ਮਨਜ਼ੂਰ ਨਹੀਂ ਕੀਤਾ ਗਿਆ, ਪਰ ਇਹ ਖਬਰ ਜ਼ਰੂਰ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਕੋਰੋਨਾ ਦੇ ਹਾਲਾਤ ਹੁਣ ਸੁਧਰ ਰਹੇ ਨੇ। ਕੋਰੋਨਾ ਵਾਇਰਸ ਸੰਬੰਧੀ ਕੈਨੇਡਾ ਤੋਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਹੁਣ ਪਹਿਲਾਂ ਦੇ ਮੁਕਾਬਲੇ ਨਵੇਂ ਕੋਰੋਨਾ ਵਾਇਰਸ ਦੇ ਕੇਸਿਸ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਪਹਿਲਾਂ ਦੇ ਮੁਕਾਬਲੇ ਇਨ੍ਹਾਂ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਘੱਟ ਹੋ ਗਈ ਹੈ।
ਇਸ ਬਾਰੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਹੁਣ ਪਹਿਲਾਂ ਦੇ ਮੁਕਾਬਲੇ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਹਾਲਾਤ ਸੁਧਰ ਰਹੇ ਹਨ। ਉਹਨਾਂ ਕਿਹਾ ਕਿ ਕੋਵਿਡ ਕੇਸਾਂ ਦੀ ਗਿਣਤੀ ਵੀ ਘਟਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਏਜੰਸੀ ਦਾ ਕਹਿਣਾ ਹੈ ਕਿ ਚਾਹੇ ਮੌਜੂਦਾ ਸਮੇਂ ਕੋਰੋਨਾ ਵਾਇਰਸ ਦੇ ਘੱਟ ਮਾਮਲੇ ਦਰਜ ਕੀਤੇ ਜਾ ਰਹੇ ਨੇ, ਪਰ ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਇਨ੍ਹਾਂ ਕੋਰੋਨਾ ਮਾਮਲਿਆਂ ਦੇ ਵਿੱਚ ਉਤਾਰ ਚੜਾਵ ਦੇਖਿਆ ਜਾ ਸਕਦਾ ਹੈ। ਇਸ ਮੌਕੇ ਡਾਕਟਰ ਟੀਮ ਵੱਲੋਂ ਦੇਸ਼ ਦੇ ਵਿੱਚ ਜੋ ਵੈਕਸੀਨੇਸ਼ਨ ਰੇਟ ਹੈ ਉਸ ਦਾ ਜ਼ਿਕਰ ਕਰਦਿਆਂ ਇਸ ਦੀ ਤਾਰੀਫ ਕੀਤੀ ਗਈ। ਡਾਕਟਰ ਟੀਮ ਦਾ ਕਹਿਣਾ ਹੈ ਕਿ ਵੱਧ ਵੈਕਸੀਨੇਸ਼ਨ ਹੋਣ ਦੇ ਕਾਰਨ ਕਈ ਜਗ੍ਹਾ ਦੇ ਉੱਪਰ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਘੱਟ ਸਾਹਮਣੇ ਆ ਰਹੇ ਨੇ। ਉਨ੍ਹਾਂ ਕਿਹਾ ਕਿ ਜੋ ਇਸ ਸਮੇਂ ਕੁਝ ਰੀਜਨਸ ਦੇ ਵਿੱਚ ਵੈਕਸੀਨੇਸ਼ਨ ਰੇਟ ਘੱਟ ਹੈ, ਉਸ ਦੇ ਕਾਰਨ ਕੋਰੋਨਾ ਵਾਇਰਸ ਦੇ ਮਾਮਲੇ ਆਉਣ ਵਾਲੇ ਮਹੀਨਿਆਂ ਦੌਰਾਨ ਘੱਟ ਅਤੇ ਵੱਧ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜੇਕਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹਨ ਤਾਂ ਇਹ ਵਾਧਾ ਕੋਈ ਵੱਡਾ ਨਹੀਂ ਹੋਵੇਗਾ। ਨਾਲ ਹੀ ਉਨ੍ਹਾਂ ਵੱਲੋਂ ਵੇਰੀਐਂਟ ਖਿਲਾਫ ਚੁਕੰਨੇ ਰਹਿਣ ਵਾਸਤੇ ਵੀ ਕਿਹਾ ਗਿਆ। ਡਾਕਟਰ ਟੀਮ ਦਾ ਕਹਿਣਾ ਹੈ ਕਿ ਨਵੇਂ ਵੇਰੀਐਂਟ ਪ੍ਰਤੀ ਕੈਨੇਡਾ ਵਾਸੀਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿੱਚ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਦੇਖੇ ਜਾ ਰਹੇ ਹਨ। ਮੌਜੂਦਾ ਸਮੇਂ ਕੈਨੇਡਾ ਦੇ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਕੋਵਿਡ-19 ਵੈਕਸੀਨ ਮਨਜ਼ੂਰ ਨਹੀਂ ਕੀਤੀ ਗਈ। ਫਾਈਜ਼ਰ ਵੱਲੋਂ 5 ਸਾਲ ਤੋਂ 11 ਸਾਲ ਦੇ ਬੱਚਿਆਂ ਦੇ ਉੱਪਰ ਜੋ ਕਲੀਨਿਕਲ ਟ੍ਰਾਇਲ ਕਰਵਾਇਆ ਗਿਆ, ਉਸ ਦਾ ਡਾਟਾ ਉਨ੍ਹਾਂ ਵੱਲੋਂ ਹੈਲਥ ਕੈਨੇਡਾ ਨੂੰ ਭੇਜਿਆ ਗਿਆ ਹੈ, ਪਰ ਅਜੇ ਹੈਲਥ ਕੈਨੇਡਾ ਦਾ ਇਸ ਵੈਕਸੀਨ ਸੰਬੰਧੀ ਫੈਸਲਾ ਆਉਣਾ ਬਾਕੀ ਹੈ। ਬੱਚਿਆਂ ਦੇ ਵਿੱਚ ਪਾਏ ਜਾਣ ਵਾਲੇ ਕੋਰੋਨਾ ਵਾਇਰਸ ਮਾਮਲਿਆਂ ਸੰਬੰਧੀ ਡਾਕਟਰ ਟੀਮ ਦਾ ਕਹਿਣਾ ਹੈ ਕਿ ਚਾਹੇ 12 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਨੇ, ਪਰ ਇਸ ਦੌਰਾਨ 1% ਤੋਂ ਵੀ ਘੱਟ ਅਜਿਹੇ ਬੱਚੇ ਸਨ ਜੋ ਇਸ ਵਾਇਰਸ ਦੇ ਕਾਰਨ ਗੰਭੀਰ ਰੂਪ ਦੇ ਵਿੱਚ ਬਿਮਾਰ ਹੋਏ ਹਨ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਹੈਲਥ ਕੈਨੇਡਾ ਵੱਲੋਂ ਜਲਦ ਹੀ ਬੱਚਿਆਂ ਨੂੰ ਵੈਕਸੀਨ ਲਗਾਉਣ ਸੰਬੰਧੀ ਮਨਜ਼ੂਰੀ ਦੇ ਦਿੱਤੀ ਜਾਵੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਦੱਸਾਂਗੇ ਤੁਹਾਨੂੰ ਇਸ ਖਬਰ ਦੇ ਵਿੱਚ। ਓਨਟਾਰੀਓ 'ਚ ਅੱਜ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ। 24 ਘੰਟਿਆਂ ਦੌਰਾਨ ਇੱਥੋਂ 563 ਮਾਮਲਿਆਂ ਦੀ ਪੁਸ਼ਟੀ ਹੋਈ। ਸੂਬੇ ਵਿੱਚ ਹੁਣ ਤੱਕ ਕੁੱਲ 6,02,087 ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਜਿਹੜੇ ਮਾਮਲੇ 24 ਘੰਟਿਆਂ ਦੌਰਾਨ ਸਾਹਮਣੇ ਆਏ, ਇਹਨਾਂ ਵਿੱਚ 259 ਅਨਵੈਕਸੀਨੇਟਡ, 15 ਪਾਰਸ਼ਲੀ ਵੈਕਸੀਨੇਟਡ ਅਤੇ 249 ਫੁੱਲੀ ਵੈਕਸੀਨੇਟਡ ਸ਼ਾਮਲ ਹਨ। ਇਹਨਾਂ 24 ਘੰਟਿਆਂ ਦੌਰਾਨ ਯਾਰਕ ਰੀਜਨ ਤੋਂ 52, ਟੋਰਾਂਟੋ ਤੋਂ 44, ਪੀਲ ਰੀਜਨ ਤੋਂ 44, ਆਟਵਾ ਤੋਂ 44, ਵਿੰਡਸਰ ਐਸੈਕਸ ਤੋਂ 37, ਸਾਊਥ ਵੈਸਟਰਨ ਤੋਂ 29, ਨਾਰਥ ਵੇ ਤੋਂ 28 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਦੇ ਵਿੱਚ 24 ਘੰਟਿਆਂ ਦੌਰਾਨ 5 ਮੌਤਾਂ ਹੋਈਆਂ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 9,896 ਦੇ ਉੱਪਰ ਪਹੁੰਚ ਗਿਆ। ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਜਾਣਕਾਰੀ ਦੇ ਮੁਤਾਬਕ ਪ੍ਰੋਵਿੰਸ ਦੇ ਵਿੱਚ 84.9% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਗਈਆਂ ਤੇ 88.4% ਆਬਾਦੀ ਇਸ ਸਮੇਂ ਅਜਿਹੀ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ। ਓਨਟਾਰੀਓ ਵਿੱਚ ਐਕਟਿਵ ਕੇਸਿਸ ਦਾ ਅੰਕੜਾ 3,395 ਹੈ ਤੇ ਰਿਕਵਰਡ ਕੇਸਿਸ ਦੀ ਗਿਣਤੀ 5,88,796 ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 571 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ ਇਹਨਾਂ 24 ਘੰਟਿਆਂ ਦੌਰਾਨ ਇੱਕ ਵੱਲੋਂ ਇਸ ਵਾਇਰਸ ਦੇ ਕਾਰਨ ਦਮ ਤੋੜ ਦਿੱਤਾ ਗਿਆ। ਪ੍ਰੋਵਿੰਸ ਦੇ ਵਿੱਚ ਐਕਟਿਵ ਕੇਸਿਸ ਦੀ ਗਿਣਤੀ 4,996 ਹੈ। ਹੁਣ ਤੱਕ ਇੱਥੇ ਕੁੱਲ 4,28,631 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 4,12,124 ਰਿਕਵਰਡ ਕੇਸਿਸ ਦੀ ਗਿਣਤੀ ਹੈ। ਹਸਪਤਾਲ ਦੇ ਵਿੱਚ 240 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 57 ਮਰੀਜ਼ ਇੰਟੈਂਸਿਵ ਕੇਅਰ ਅਧੀਨ ਦੱਸੇ ਗਏ। ਕਿਊਬੈਕ ਦੇ ਵਿੱਚ 90.7% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 88.1% ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ। ਕੈਨੇਡਾ ਵਿੱਚ ਹੁਣ ਤੱਕ ਕੁੱਲ 1.7 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 29,125 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਐਕਟਿਵ ਕੇਸਿਸ ਦੀ ਗਿਣਤੀ 23,510 ਹੈ, ਜਿਨ੍ਹਾਂ ਵਿੱਚੋਂ 22,745 ਮਾਈਲਡ ਕੰਡੀਸ਼ਨ ਅਤੇ 765 ਸੀਰੀਅਸ ਕੰਡੀਸ਼ਨ ਦੇ ਵਿੱਚ ਨੇ। ਇਸ ਦੇ ਨਾਲ ਹੀ ਰਿਕਵਰਡ ਕੇਸਿਸ ਦਾ ਅੰਕੜਾ 1.6 ਮਿਲੀਅਨ ਤੋਂ ਵੱਧ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਪਟਾਕਿਆਂ ਤੋਂ ਪਰੇਸ਼ਾਨ ਲੋਕ, 3 ਵਜੇ ਤੱਕ ਚੱਲੇ ਪਟਾਕੇ। ਅਕਤੂਬਰ ਮਹੀਨੇ ਘੱਟ ਹੋਈ ਬੇਰੁਜ਼ਗਾਰੀ ਦਰ, ਨਵੀਆਂ ਨੌਕਰੀਆਂ ਆਰਥਿਕਤਾ ਦੇ ਵਿੱਚ ਸ਼ਾਮਿਲ। ਬਜ਼ੁਰਗਾਂ ਦੀ ਆਮਦਨ ਦੇ ਵਿੱਚ ਕਟੌਤੀ, ਐਨਡੀਪੀ ਦੀ ਸਰਕਾਰ ਕੋਲੋਂ ਮੰਗ। ਟਰੂਡੋ ਨੇ ਲਗਵਾਇਆ ਫਲੂ ਸ਼ਾਟ, ਜਸਟਿਨ ਟਰੂਡੋ ਨੇ ਦਿੱਤਾ ਸੁਨੇਹਾ। ਵੱਡੇ ਡਰਾਅ ਦੀ ਉਡੀਕ, ਨਹੀਂ ਹੋ ਰਿਹਾ ਐਲਾਨ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ।